हेलो बच्चों, ਅੱਜ ਆਪਾਂ ਕੰਪੈਰੀਟਿਵ ਸਟੇਟਮੈਂਟ ਦੇ ਅੰਦਰ ਹੀ ਸੈਕਿੰਡ ਟੌਪਿਕ ਕਰਨ ਜਾ ਰਹੇ ਹਾਂ। ਕੰਪੈਰੀਟਿਵ ਸਟੇਟਮੈਂਟ ਦੇ ਅੰਦਰ ਸੈਕਿੰਡ ਟੌਪਿਕ ਕੀ ਕਰਨ ਜਾ ਰਹੇ ਹਾਂ, ਹਾਊ ਟੂ ਪ੍ਰਿਪੇਅਰ ਅ ਪ੍ਰੋਫਿਟ ਐਂਡ ਲਾਸ ਅਕਾਊਂਟ। ਮਤਲਬ ਪ੍ਰੋਫਿਟ ਐਂਡ ਲਾਸ ਅਕਾਊਂਟ ਦੀ ਕੰਪੈਰੀਟਿਵ ਸਟੇਟਮੈਂਟ ਕਿਵੇਂ ਬਣਦੀ ਆ। ਲਾਸਟ ਵੀਡੀਓ ਦੇ ਅੰਦਰ ਆਪਾਂ ਸਿੱਖਿਆ ਸੀਗਾ ਕਿ ਹਾਊ ਟੂ ਪ੍ਰਿਪੇਅਰ ਦਾ ਕੰਪੈਰੀਟਿਵ ਬੈਲੈਂਸ ਸ਼ੀਟ, ਤੇ ਅੱਜ ਆਪਾਂ ਸਿੱਖਾਂਗੇ ਹਾਊ ਟੂ ਪ੍ਰਿਪੇਅਰ ਅ ਕੰਪੈਰੀਟਿਵ ਪ੍ਰੋਫਿਟ ਐਂਡ ਲਾਸ ਅਕਾਊਂਟ। ਮੀਨਸ ਜੇ ਆਪਾਂ ਨੂੰ 2 ਸਾਲਾਂ ਦਾ 2015 ਦਾ ਤੇ 2014 ਦਾ ਆਪਾਂ ਨੂੰ ਕੰਪੈਰੀਟਿਵ ਡਾਟਾ ਦਿੱਤਾ ਹੋਵੇ ਤੇ ਆਪਾਂ ਨੂੰ ਕਿਹਾ ਜਾਵੇ ਕਿ ਆਪਾਂ ਕੰਪੇਅਰ ਕਰਨਾ ਆਪਣੇ ਹੀ ਬਿਜ਼ਨਸ ਦਾ ਕਿ ਅੱਜ ਤਾਂ ਸਾਨੂੰ ਬੈਨੀਫਿਟਸ ਹੋ ਰਹੇ ਆ, ਮਤਲਬ ਗਰੋਥ ਹੋ ਰਹੀ ਆ ਜਾਂ ਨਹੀਂ ਹੋ ਰਹੀ, ਸੋ ਆਪਾਂ ਉਸ ਚੀਜ਼ ਨੂੰ ਕਿਵੇਂ ਮੇਨਟੇਨ ਕਰਾਂਗੇ। ਸੋ ਇਸ ਵੀਡੀਓ ਦੇ ਅੰਦਰ ਆਪਾਂ ਇਹੀ ਚੀਜ਼ ਸਿੱਖਾਂਗੇ ਕਿ ਪ੍ਰੋਫਿਟ ਐਂਡ ਲਾਸ ਅਕਾਊਂਟ ਦੀ ਕੰਪੈਰੀਟਿਵ ਸਟੇਟਮੈਂਟ ਕਿਵੇਂ ਬਣਾਈ ਜਾਂਦੀ ਹੈ। ਸੋ ਬੱਚੇ ਆਪਾਂ ਕੁਐਸਚਨ ਸਟਾਰਟ ਕਰਦੇ ਹਾਂ। ਸਪੋਜ਼ ਕਰੋ ਤੁਹਾਨੂੰ 2015 ਤੇ 2014 ਦਾ ਡਾਟਾ ਦਿੱਤਾ ਕੀ ਆ, ਰੈਵਨਿਊ ਫਰੋਮ ਆਪਰੇਸ਼ਨ, ਅਦਰ ਇਨਕਮ, ਐਕਸਪੈਂਸਿਸ ਐਂਡ ਟੈਕਸ ਰੇਟ। ਲਾਸਟ ਵੀਡੀਓ ਦੇ ਵਿੱਚ ਤੁਸੀਂ ਕੀ ਦੇਖਿਆ ਸੀਗਾ ਕਿ ਤੁਹਾਨੂੰ ਨਾਰਮਲ ਅਮਾਉਂਟਸ ਦਿੱਤੀਆਂ ਹੋਈਆਂ ਸੀਗੀਆਂ ਕਿ ਰੈਵਨਿਊ ਫਰੋਮ ਆਪਰੇਸ਼ਨ 30 ਲੱਖ ਆ, ਸੇਮ 2014 ਦਾ 20 ਲੱਖ ਸੀ। ਅਦਰ ਇਨਕਮ ਦੀ ਤੁਹਾਨੂੰ ਪਰਸੈਂਟੇਜ ਨਹੀਂ ਦਿੱਤੀ ਹੋਈ, ਮਤਲਬ ਵਟਐਵਰ, ਉਦੋਂ ਆਪਾਂ ਬੈਲੈਂਸ ਸ਼ੀਟ ਦੀ ਗੱਲ ਕਰ ਰਹੇ ਸੀ ਤਾਂ ਉਹਦੇ ਅੰਦਰ ਕੋਈ ਵੀ ਚੀਜ਼ ਪਰਸੈਂਟੇਜ ਨਹੀਂ ਦਿੱਤੀ ਹੋਈ ਸੀਗੀ, ਜਿਵੇਂ ਤੁਹਾਨੂੰ ਇੱਥੇ ਪਰਸੈਂਟੇਜ ਨਜ਼ਰ ਆ ਰਹੀਆਂ ਹੋਣਗੀਆਂ। ਸੋ ਆਪਾਂ ਪਰਸੈਂਟੇਜ ਨੂੰ ਅਮਾਉਂਟਸ ਚ ਕਨਵਰਟ ਕਰਨਾ, ਪਰਸੈਂਟੇਜ ਨੂੰ ਨਹੀਂ ਆਪਾਂ ਕੰਪੈਰੀਜ਼ਨ ਕਰ ਸਕਦੇ ਕਿ ਆ 15% ਆ 20% ਆ, ਇਨਕਰੀਜ਼ ਹੋਇਆ ਡਿਕਰੀਜ਼ ਹੋਇਆ, ਨੋ, ਇਹ ਗਲਤ ਹੋ ਜਾਊਗਾ। ਸੋ ਆਪਾਂ ਪਹਿਲਾਂ ਨੂੰ ਅਮਾਉਂਟਸ ਚ ਕਨਵਰਟ ਕਰਨਾ। ਕਨਵਰਟ ਕਿਵੇਂ ਕਰਨਾ, ਉਹ ਆਪਾਂ ਨੂੰ ਗਿਵਨ ਹੋਊਗਾ। ਅਦਰ ਇਨਕਮ ਪਰਸੈਂਟੇਜ ਕਾਹਦੇ ਤੇ ਲਗਾਉਣੀ ਆ, ਰੈਵਨਿਊ ਫਰੋਮ ਆਪਰੇਸ਼ਨ। 15% ਇਹ ਕਿਹਦਾ ਵਾ, ਰੈਵਨਿਊ ਫਰੋਮ ਆਪਰੇਸ਼ਨ ਦਾ। ਐਕਸਪੈਂਸਿਸ 60% ਕਿਹਦੇ ਨੇ, ਰੈਵਨਿਊ ਫਰੋਮ ਆਪਰੇਸ਼ਨ। ਮੀਨਸ ਖਰਚੇ ਕਿੰਨੇ ਹੋਇਆ, ਜਿੰਨਾ ਸਾਡਾ ਟੋਟਲ ਰੈਵਨਿਊ ਹੋਇਆ ਉਹਦਾ 60% ਸਾਡੇ ਖਰਚੇ ਹੋਇਆ। ਇਨਕਮ ਸਾਡੀ ਕਿੰਨੀ ਆ, ਅਦਰ ਇਨਕਮ ਕਿੰਨੀ ਆ, ਜਿੰਨੀ ਸਾਡੀ ਰੈਵਨਿਊ ਹੋਇਆ ਉਹਦਾ 15% ਸਾਡੀ ਹੋਰ ਐਕਸਟਰਾ ਇਨਕਮ ਆ, ਤੇ ਟੈਕਸ ਰੇਟ 30% ਆ। ਸੋ ਟੈਕਸ ਰੇਟ ਕਿਸੇ ਤੇ ਨਹੀਂ ਲੱਗਦਾ ਹੁੰਦਾ, ਉਹ ਜਿੰਨੀ ਆਪਣੀ ਲਾਸਟ ਵਿੱਚ ਅਮਾਉਂਟ ਬਚਦੀ ਆ ਖਰਚੇ ਕੱਢ ਕੇ ਉਹਦੇ ਤੇ ਲੱਗਦਾ ਹੁੰਦਾ। ਸੋ ਤਾਂ ਕਰਕੇ ਆਪਾਂ ਨੂੰ ਗਿਵਨ ਨਹੀਂਗਾ। ਹੁਣ ਸਟਾਰਟ ਕਰਨ ਤੋਂ ਪਹਿਲਾਂ ਤਾਂ 1 ਬਾਏ 1 ਇਹਨਾਂ ਦਾ ਮੀਨਿੰਗ ਸਮਝੋ ਕਿ ਤੁਹਾਨੂੰ ਪ੍ਰੋਫਿਟ ਐਂਡ ਲਾਸ ਅਕਾਊਂਟ ਤੁਸੀਂ ਬਹੁਤ ਬਣਾਇਆ, ਬਟ ਉਹਦੇ ਅੰਦਰ ਇਹੋ ਜਿਹਾ ਕੁਝ ਨਹੀਂ ਦੇਖਿਆ ਹੋਣਾ ਕਿ ਰੈਵਨਿਊ ਫਰੋਮ ਆਪਰੇਸ਼ਨ ਇਹੋ ਜਿਹਾ ਵਰਡ ਨਹੀਂ ਸੁਣਿਆ ਹੋਣਾ, ਨਾ ਹੀ ਅਦਰ ਇਨਕਮ ਸੁਣਿਆ ਹੋਣਾ, ਨਾ ਹੀ ਇਕੱਲੇ ਐਕਸਪੈਂਸਿਸ ਵਰਡ ਸੁਣਿਆ ਹੋਣਾ, ਤੇ ਨਾ ਹੀ ਟੈਕਸ ਰੇਟ ਦੀ ਗੱਲ ਹੋਈ ਹੈ ਜਿੰਨੇ ਵੀ ਆਪ ਪ੍ਰੋਫਿਟ ਐਂਡ ਲਾਸ ਅਕਾਊਂਟ 11th ਦੇ ਵਿੱਚ ਬਣਾਇਆ ਵਾ। ਸੋ ਜਲਦੀ ਰਿਵਾਈਜ਼ ਕਰੋ। ਅਸਲ ਦੇ ਵਿੱਚ ਰੈਵਨਿਊ ਫਰੋਮ ਆਪਰੇਸ਼ਨ ਕੀ ਹੁੰਦਾ ਤੁਸੀਂ ਆਲਰੇਡੀ ਕਰ ਚੁੱਕੇ ਹੋ। ਰੈਵਨਿਊ ਫਰੋਮ ਆਪਰੇਸ਼ਨ ਲਾਈਕ ਡੇਲੀ ਰੂਟੀਨ ਦੇ, ਰੈਵਨਿਊ ਮੀਨਸ ਇਨਕਮ, ਫਰੋਮ ਆਪਰੇਸ਼ਨ ਮੀਨਸ ਡੇਲੀ ਕੰਮ ਕਰਨ ਤੋਂ ਜੋ ਸਾਨੂੰ ਕਮਾਈ ਹੁੰਦੀ ਹੈ, ਆਪਰੇਸ਼ਨ ਮਤਲਬ ਇਹ ਹੁੰਦਾ। ਸੋ ਰੈਵਨਿਊ ਮੀਨਸ ਇਨਕਮ। ਸੋ ਇਸ ਲਾਈਨ ਦਾ ਪ੍ਰੋਪਰ ਮੀਨਿੰਗ ਕੀ ਬਣਿਆ ਕਿ ਡੇਲੀ ਰੂਟੀਨ ਦੇ ਵਿੱਚ ਜੋ ਸਾਨੂੰ ਇਨਕਮ ਹੁੰਦੀ ਆ ਉਸ ਨੂੰ ਕਹਿੰਦੇ ਆ ਰੈਵਨਿਊ ਫਰੋਮ ਆਪਰੇਸ਼ਨ। ਮੀਨਸ 30 ਲੱਖ ਸਾਨੂੰ ਅਸੀਂ ਆਪਣੀ ਬਿਜ਼ਨਸ ਰੂਟੀਨ ਚ ਕਮਾਇਆ। ਖਾਸ ਕਰ ਵਰਡ ਯੂਜ਼ ਕਰ ਰਿਹਾ ਮੈਂ, ਜੋ ਆਪਣਾ ਬਿਜ਼ਨਸ ਆ, ਟੈਕਸਟਾਈਲ ਦਾ ਬਿਜ਼ਨਸ ਆ, ਟੈਕਸਟਾਈਲ ਚੋਂ ਸਾਨੂੰ 30 ਲੱਖ ਰੁਪਏ ਇਨਕਮ ਹੋਈ। ਐਂਡ ਅਦਰ ਇਨਕਮਸ ਵਟਐਵਰ, ਸਾਨੂੰ ਡਿਵੀਡੈਂਡ ਆ ਗਿਆ, ਇੰਟਰਸਟ ਆ ਗਿਆ, ਸਾਨੂੰ ਇਹੋ ਜਿਹੀਆਂ ਚੀਜ਼ਾਂ ਆਪਾਂ ਜੇ ਤੁਹਾਨੂੰ ਯਾਦ ਹੋਵੇ ਤਾਂ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਕ੍ਰੈਡਿਟ ਸਾਈਡ ਪਾ ਦਿੰਦੇ ਸੀਗੇ। ਸੋ ਆਪਾਂ ਨੂੰ ਉਹ ਵੀ ਗਿਵਨ ਆ ਕਿ 15% ਸਾਡੀ ਉਹ ਵੀ ਇਨਕਮ ਹੋਈ ਹੈ। ਐਕਸਪੈਂਸਿਸ ਵਟਸੋਐਵਰ, ਬਹੁਤ ਸਾਰੇ ਐਕਸਪੈਂਸਿਸ ਹੁੰਦੇ ਨੇ, ਉਹ ਕਹਿੰਦੇ ਦੱਸਦਾ ਉਹਨੇ ਕਿ 60% ਸਾਡੇ ਐਕਸਪੈਂਸਿਸ ਨੇ ਰੈਵਨਿਊ ਜਨਰੇਟ ਕਰਨ ਦੇ ਲਈ ਜੋ ਸਾਡੇ ਖਰਚੇ ਹੋਏ ਨੇ। ਟੈਕਸ ਰੇਟ ਸਾਡੀ ਜੋ ਇਨਕਮ ਦੇ ਉੱਪਰ ਲੱਗਦਾ। ਸੋ ਹੁਣ ਆਪਾਂ ਇਹਨੂੰ ਕੈਲਕੂਲੇਟ ਕਰਾਂਗੇ ਕਿ ਕੰਪੈਰੀਟਿਵ ਸਟੇਟਮੈਂਟ ਬਣਦੀ ਕਿਵੇਂ। ਸੋ ਲੈਟਸ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਵਾਈਜ਼ ਕਰਵਾ ਦਿੰਦਾ ਇੰਪੋਰਟੈਂਟ ਨੋਟ ਜੋ ਕਿ ਕੰਪੈਰੀਟਿਵ ਸਟੇਟਮੈਂਟ ਬਣਾਉਣ ਦੇ ਵਿੱਚ ਕੰਮ ਆਉਂਦਾ। ਸੋ ਉਹ ਇੰਪੋਰਟੈਂਟ ਨੋਟਸ ਕੀ ਸੀ, ਆਪਾਂ ਲਾਸਟ ਵੀਡੀਓ 'ਚ ਵੀ ਕੀਤੇ, ਆਪਾਂ ਹੁਣ ਵੀ ਕਰ ਲੈਂਦੇ ਆ ਕਿ ਇਫ ਦਾ ਕਰੰਟ ਈਅਰ ਐਂਡ ਅ ਬੇਸ ਈਅਰ, ਆਪਾਂ 2 ਸਾਲ ਦਿੱਤੇ ਹੁੰਦੇ, ਆਪਾਂ ਹੁਣ ਵੀ ਦੇਖਿਆ ਕੁਐਸਚਨ ਸਟੇਟਮੈਂਟ ਦੇ ਅੰਦਰ ਕਿ 2014 ਤੇ 2015 ਦਿੱਤਾ, ਬੇਸ ਈਅਰ ਕਿਹੜਾ 15 14 ਔਰ ਕਰੰਟ ਈਅਰ ਕਿਹੜਾ 15, ਮਤਲਬ ਲੇਟੈਸਟ ਈਅਰ ਜਿਹੜਾ 15 ਹੁੰਦਾ। ਸੋ ਇਫ ਦਾ ਕਰੰਟ ਵੈਲਿਊ ਇਜ਼ ਲੈਸ ਦੈਨ ਦਾ ਬੇਸ ਵੈਲਿਊ ਇਟ ਵਿਲ ਬੀ ਅ ਡਿਕਰੀਜ਼। ਮਤਲਬ ਜੇ ਪੁਰਾਣੇ ਨਵੇਂ ਸਾਲ ਦੇ ਵਿੱਚ ਮੈਨੂੰ ਇਨਕਮ ਘੱਟ ਹੋਈ ਹੈ ਐਜ਼ ਕੰਪੇਅਰ ਟੂ ਲਾਸਟ ਈਅਰ, ਤਾਂ ਉਹਨੂੰ ਆਪਾਂ ਜੇ ਘੱਟ ਹੋਈ ਹੈ ਤਾਂ ਡਿਕਰੀਜ਼ ਕਰਾਂਗੇ, ਜੇ ਵੱਧ ਹੋਈ ਹੈ ਤਾਂ ਇਨਕਰੀਜ਼ ਕਰਾਂਗੇ। ਸੌਖੀ ਜੀ ਗੱਲ, ਜੇ ਮੇਰੇ ਕੋਲ ਪਹਿਲਾਂ 10 ਰੁਪਏ ਸੀ ਹੁਣ 15 ਹੋ ਗਏ ਤਾਂ ਉਹ ਇਨਕਰੀਜ਼ ਆ 5 ਰੁਪਏ। ਜੇ 15 ਤੋਂ ਘੱਟ ਕੇ 10 ਹੋ ਗਿਆ ਇਸ ਸਾਲ ਤਾਂ ਉਹ ਡਿਕਰੀਜ਼ ਆ ਸਿੰਪਲ ਲੈਂਗੁਏਜ ਦੇ ਵਿੱਚ। ਔਰ ਜਿਹੜੀ ਡਿਕਰੀਜ਼ ਹੋਊਗੀ ਉਹਨੂੰ ਆਪਾਂ ਬ੍ਰੈਕਟ 'ਚ ਲਿਖਣਾ। ਕੀ ਕੈਲਕੂਲੇਟ ਕਰਦੇ ਆ ਆਪਾਂ, 2 ਹੀ ਚੀਜ਼ਾਂ ਕੈਲਕੂਲੇਟ ਕਰਦੇ ਆ, ਇਨਕਰੀਜ਼ ਔਰ ਡਿਕਰੀਜ਼, ਤੇ ਦੂਸਰਾ ਪਰਸੈਂਟੇਜ। ਪਰਸੈਂਟੇਜ ਦਾ ਫਾਰਮੂਲਾ ਐਬਸੋਲੂਟ ਚੇਂਜ ਡਿਵਾਈਡਡ ਬਾय ਬੇਸ ਈਅਰ, ਯਾਦ ਰੱਖਿਓ ਬੇਸ ਈਅਰ।
into 100। सो प्रैक्टिकल करांगे थोड़ा होर समझ लगूगा। लेट्स स्टार्ट विद द क्वेश्चन। हाँ जी बच्चे स्टार्ट करते हैं। अपने को क्वेश्चन है दैन ਆਪਾਂ ਇਹਦੇ ਥੱਲੇ ਫਾਰਮੈਟ ਬਣਾ ਲੈਂਦੇ ਆ। ਹੁਣ ਇੱਕ ਚੀਜ਼ क्वेश्चन ਦੇ ਵਿੱਚ ਖਾਸ ਕਰਕੇ ਮੈਂ क्वेश्चन ਕਿਉਂ ਲਿਆ, ਇੱਕ ਤਾਂ ਇਹਦੇ ਵਿੱਚ ਪਰਸੈਂਟੇਜ ਦੀ ਅਮਾਉਂਟਸ ਦਿੱਤੀ ਸੀ, ਬਟ ਸੈਕੰਡ ਇੰਪੋਰਟੈਂਟ ਚੀਜ਼ ਮੈਂ ਤੁਹਾਨੂੰ ਲਾਸਟ ਵੀਡੀਓ 'ਚ ਵੀ ਦੱਸਿਆ ਸੀ ਕਿ ਬੱਚੇ ਕਨਫਿਊਜ਼ ਰਹਿੰਦੇ ਆ। ਉਹ 15 ਐਂ ਲਿਖ ਦਿੰਦੇ ਆ ਤੇ 14 ਐਂ ਲਿਖ ਦੇਣਗੇ। ਹੋ ਸਕਦਾ 14 ਇੱਧਰ ਦਿੱਤਾ ਹੋਵੇ 15 ਇੱਧਰ ਦਿੱਤਾ ਹੋਵੇ। ਸੋ ਜੇ 14 ਇੱਧਰ ਦਿੱਤਾ ਵਾ ਤਾਂ ਬੱਚੇ ਕੀ ਕਰਦੇ ਉਵੇਂ ਹੀ ਉਤਾਰ ਦਿੰਦੇ ਅਮਾਊਂਟਸ। ਡਜ਼ਨਟ ਮੈਟਰ, ਤੁਸੀਂ ਉਤਾਰ ਸਕਦੇ ਹੋ, ਬਟ ਆਪਣੇ ਮਾਈਂਡ ਦੇ ਵਿੱਚ ਜੋ ਤੁਹਾਡਾ ਕਨਸੈਪਟ ਆ ਉਹ ਕਲੀਅਰ ਹੋਣਾ ਚਾਹੀਦਾ ਕਿ ਇਨਕਰੀਜ਼ ਕਿਹਨੂੰ ਲਿਖਣਾ ਤੇ ਡਿਕਰੀਜ਼ ਕਿਹਨੂੰ ਲਿਖਣਾ। ਦੇਖੋ ਮੈਂ ਯਾਦ ਰੱਖਿਓ ਕਿ ਬੇਸ ਈਅਰ ਤੁਸੀਂ ਪਹਿਲਾਂ ਹੀ ਲਿਖਣਾ। ਮੈਂ ਉੱਪਰ ਹੈਡਿੰਗ ਬਣਾਤਾ ਕਿ ਬੇਸ ਈਅਰ ਪਹਿਲਾਂ ਹੀ ਲਿਖਣਾ ਤੇ ਕਰੰਟ ਈਅਰ ਬਾਅਦ 'ਚ ਹੀ ਲਿਖਣਾ। ਇਸ ਚੀਜ਼ ਨੂੰ ਚੈੱਕ ਜ਼ਰੂਰ ਕਰਨਾ। ਹੁਣ ਜੇ ਬੇਸ ਈਅਰ ਇੱਥੇ ਲਿਖਿਆ ਤਾਂ ਬੇਸ ਈਅਰ ਇੱਧਰ ਇਹਦਾ ਕ੍ਰਾਸਿੰਗ ਹੋ ਗਈ। ਬੱਚੇ ਕੀ ਕਰਦੇ ਆਈ ਉਤਾਰ ਦਿੰਦੇ। ਫਿਰ ਉਹਦੇ ਨਾਲ ਕੀ ਆ, ਜੋ ਤੁਸੀਂ ਕੰਪੈਰੀਜ਼ਨ ਕਰੋਗੇ ਉਹ ਗਲਤ ਹੋ ਜਾਊਗਾ। ਮੈਂ ਤੁਹਾਨੂੰ ਅੱਗੇ ਵੀ ਜਾ ਕੇ ਦੱਸੂਗਾ ਕਿਵੇਂ ਗਲਤ ਹੋ ਜਾਂਦਾ। ਸੋ ਮੈਂ ਤੁਹਾਨੂੰ ਕਿਹਾ ਕਿ ਬੇਸ ਈਅਰ ਪਹਿਲਾਂ ਅੱਗੇ ਹੀ ਲਿਖਣਾ, ਮੀਨਸ 2014 ਦਾ ਡਾਟਾ ਇੱਥੇ ਲਿਖਣਾ, 2015 ਦਾ ਡਾਟਾ ਇੱਥੇ ਲਿਖਣਾ। ਸੋ ਸਟਾਰਟ ਕਰਦੇ ਹਾਂ। 2014 ਦੇ ਡਾਟਾ ਨਾਲ ਮੀਨਸ ਰੈਵਨਿਊ ਫਰੋਮ ਆਪਰੇਸ਼ਨ ਸਾਨੂੰ ਕਿੰਨਾ 20 ਲੱਖ ਰੁਪਇਆ ਗਿਵਨ, ਐਂਡ ਰੈਵਨਿਊ ਫਰੋਮ ਆਪਰੇਸ਼ਨ 2015 ਦੇ ਵਿੱਚ ਕਿੰਨਾ 30 ਲੱਖ ਰੁਪਇਆ। ਸਭ ਤੋਂ ਪਹਿਲਾਂ ਤੁਹਾਨੂੰ ਇਹੀ ਸਮਝਾਉਣਾ ਕਿ ਗਲਤ ਕਿਵੇਂ ਹੁੰਦਾ। ਆਈਦਰ ਆਪਾਂ ਇੱਥੇ ਇਨਕਰੀਜ਼ ਔਰ ਡਿਕਰੀਜ਼ ਲਿਖਣਾ ਹੁੰਦਾ ਆਪਣਾ ਥਰਡ ਹੈਡਿੰਗ। ਜੇ ਡਿਕਰੀਜ਼ ਹੋਇਆ ਤਾਂ ਬ੍ਰੈਕਟ ਪਾਉਣੀ ਹੈ, ਇਨਕਰੀਜ਼ ਹੋਇਆ ਤਾਂ ਪੋਜ਼ਿਟਿਵ ਪਾਉਣੀ ਹੈ। ਹੁਣੀ ਮੈਂ ਦੱਸ ਕੇ ਹਟਿਆ ਬਈ ਪਿਛਲੇ ਸਾਲ ਨਾਲੋਂ ਜੇ ਸਾਡੀ ਇਨਕਮ ਇਸ ਸਾਲ ਜ਼ਿਆਦਾ ਹੋਈ ਆ ਤਾਂ ਉਹ ਇਨਕਰੀਜ਼ ਆ, ਜੇ ਇਸ ਸਾਲ ਘੱਟ ਹੋਈ ਆ ਤਾਂ ਡਿਕਰੀਜ਼। ਆਈਦਰ ਇਨਕਮ ਆਈਦਰ ਖਰਚੇ ਆਈਦਰ ਵਟਐਵਰ ਜੋ ਵੀ ਤੁਹਾਨੂੰ। ਹੁਣ ਇੱਥੇ ਗੱਲ ਕਰ ਰਹੇ ਇਨਕਮ ਦੀ। ਦੇਖੋ 20 ਲੱਖ ਸੀਗੇ ਸਾਨੂੰ ਪਿਛਲੇ ਸਾਲ 15 ਦੇ ਵਿੱਚ ਹੋ ਗਏ 30 ਲੱਖ। ਦੈਟ ਮੀਨ ਸਾਡੀ ਇਨਕਰੀਜ਼ ਕੀਤੀ ਤਾਂ 10 ਲੱਖ ਰੁਪਇਆ ਲਿਖਾਂਗੇ ਆਪਾਂ। ਕਿੰਨਾ ਇਨਕਰੀਜ਼ ਕੀਤਾ ਪਲੱਸ ਮਾਈਨਸ ਕਰਕੇ ਇਹਨਾਂ ਦੋਨਾਂ ਨੂੰ। ਬਟ ਜੇ ਤੁਸੀਂ ਏਦਾਂ ਹੀ ਲਿਖ ਲਵੋ ਤਾਂ ਦੇਖੋ ਉਹ ਨੈਗੇਟਿਵ ਹੋ ਜਾਊਗਾ ਜੀ। 30 ਲੱਖ ਸੀ ਹੁਣ ਤਾਂ 20 ਲੱਖ ਹੀ ਰਹਿ ਗਿਆ ਤਾਂ ਉਹ ਨੈਗੇਟਿਵ ਹੋ ਜਾਊਗਾ। ਸੋ ਕਰੰਟ ਈਅਰ ਤੇ ਬੇਸ ਈਅਰ ਦਾ ਤੁਸੀਂ ਖਾਸ ਕਰਕੇ ਬੜਾ ਧਿਆਨ ਰੱਖਣਾ। ਕਲੀਅਰ ਬੱਚੇ? ਆਈ ਹੋਪ ਤੁਹਾਨੂੰ ਇਹ ਚੀਜ਼ ਸਮਝ ਲੱਗੀ ਹੋਗੀ ਕਿ ਬੇਸ ਈਅਰ ਅੱਗੇ ਰੱਖਣਾ, ਕਰੰਟ ਈਅਰ ਪਿੱਛੇ ਰੱਖਣਾ। ਕੁਐਸਚਨ ਨੂੰ ਧਿਆਨ ਨਾਲ ਚੈੱਕ ਕਰਨਾ ਬੱਚੇ। ਹਮੇਸ਼ਾ ਕੁਐਸਚਨ ਆਪੋਜ਼ਿਟ ਸਾਈਡ ਦਿੱਤਾ ਹੁੰਦਾ ਔਰ ਬੱਚੇ ਇਦਾਂ ਹੀ ਗਲਤੀ ਕਰ ਜਾਂਦੇ ਆ। ਸੋ ਨੈਕਸਟ ਇਹਦੇ ਅੰਦਰ ਜੇ ਆਪਾਂ ਇਹਨੂੰ ਸਟਾਰਟ ਕਰੀਏ, ਨੈਕਸਟ ਅਦਰ ਇਨਕਮ। ਅਦਰ ਇਨਕਮ ਕਿੰਨੀ ਆ 15%। ਹੁਣ ਇਹ ਵੀ ਗੜਬੜ ਹੋ ਸਕਦੀ ਹੈ ਕਿ 15% ਆਫ ਦਾ ਰੈਵਨਿਊ ਮਤਲਬ 30 ਲੱਖ ਤੇ। ਔਰ ਬੱਚੇ ਕੀ ਕਰਦੇ ਆ ਇੱਥੇ ਕਾਊਂਟ ਕੀਤਾ ਇਧਰਲੀ ਸਾਈਡ ਔਰ ਇੱਧਰ ਲਿਖ ਦੇਣਗੇ। ਨੋ, ਪਲੀਜ਼ ਇਸ ਚੀਜ਼ ਨੂੰ ਧਿਆਨ ਰੱਖਿਓ। ਪਹਿਲਾਂ 2014 ਡਾਟਾ ਚੱਕੋ, ਪੂਰਾ 2014 ਨੂੰ ਖਤਮ ਕਰੋ, ਫਿਰ 15 ਚੱਕਿਓ, 15 ਨੂੰ ਖਤਮ ਕਰੋ। ਅਦਰਵਾਈਜ਼ ਕਦੇ ਇੱਧਰ ਚੱਕਰ ਦੇ ਚੱਕਰ ਤੁਸੀਂ ਗਲਤੀ ਕਰ ਦੋਗੇ। ਸੋ ਅਦਰ ਇਨਕਮ ਕਿੰਨੀ ਆ? ਆਪਾਂ ਅਦਰ ਇਨਕਮ ਗੱਲ ਕਰ ਰਹੇ ਹਾਂ 2014 ਦੀ। 2014 ਦੀ ਅਦਰ ਇਨਕਮ ਹੈਗੀ ਆ 20%। 20% ਕਿਹਦਾ ਬੱਚੇ? 20% ਕਿਹਦਾ ਲਗਾਉਣਾ ਆਪਾਂ? ਰੈਵਨਿਊ ਦਾ। ਜੇ ਤੁਸੀਂ 20% ਰੈਵਨਿਊ ਦਾ ਲਗਾਓਗੇ, ਮੈਂ ਇੱਥੇ ਲਿਖ ਦਿੰਦਾ। ਹਰ ਇੱਕ ਕੁਐਸਚਨ ਨੂੰ ਨਹੀਂ ਆਪਾਂ ਕੈਲਕੂਲੇਟ ਕਰਨਾ, ਮੈਂ ਤੁਹਾਨੂੰ ਇੱਕ ਵਾਰ ਦੱਸ ਦਿੰਦਾ ਪਰਸੈਂਟੇਜ ਕਿਵੇਂ ਕੈਲਕੂਲੇਟ ਕਰਨੀ ਹੈ। 20/100। ਸੋ ਇਹ ਤੁਹਾਡਾ ਆ ਜਾਊਗਾ ਬੱਚੇ 4 ਲੱਖ। ਕਲੀਅਰ? ਆਈ ਹੋਪ ਤੁਹਾਨੂੰ ਇਹ ਚੀਜ਼ ਸਮਝ ਲੱਗੀ ਹੋਊਗੀ। 4 ਲੱਖ ਆ ਜਾਊਗਾ। ਸੋ ਅਦਰ ਇਨਕਮ ਕਿੰਨੀ ਆ ਗਈ 4 ਲੱਖ। ਨੈਕਸਟ ਐਕਸਪੈਂਸਿਸ। ਹੁਣ ਦੇਖੋ ਰੈਵਨਿਊ ਵੀ ਇਨਕਮ ਆ, ਅਦਰ ਇਨਕਮ ਆ। ਸੋ ਇਹਨਾਂ ਦੋਨਾਂ ਨੂੰ ਆਪਾਂ ਪਲੱਸ ਕਰ ਦਾਂਗੇ। ਪਹਿਲਾਂ ਤਾਂ ਇਸ ਚੀਜ਼ ਨੂੰ ਧਿਆਨ ਰੱਖਿਓ ਕਿ ਆਪਾਂ ਇਹਨਾਂ ਦੋਨਾਂ ਨੂੰ ਪਲੱਸ ਕਰ ਦਾਂਗੇ ਔਰ ਇਹ ਪਲੱਸ ਕਰਕੇ ਆ ਜਾਊਗਾ ਤੁਹਾਡਾ 24 ਲੱਖ ਰੁਪਇਆ। ਕੁਝ ਵੀ ਨਵਾਂ ਨਹੀਂ ਕੀਤਾ, ਬਸ ਆਪਾਂ ਇਹਨਾਂ ਦੋਨਾਂ ਨੂੰ ਪਲੱਸ ਲਿਖਤਾ। ਇੱਥੇ ਲਿਖ ਦਾਂਗੇ ਟੋਟਲ ਇਨਕਮ, ਟੋਟਲ ਰੈਵਨਿਊ, ਵਟਐਵਰ ਤੁਸੀਂ ਜੋ ਤੁਹਾਡਾ ਮਨ ਕਰੇ ਉਹ ਲਿਖ ਸਕਦੇ ਹੋ। ਨੈਕਸਟ ਐਕਸਪੈਂਸਿਸ ਆ ਗਏ। ਐਕਸਪੈਂਸਿਸ ਕਿੰਨੇ ਨੇ? ਹੁਣ ਇੱਧਰ ਨਹੀਂ ਦੇਖਣਾ, ਇੱਧਰ ਹੀ ਦੇਖਣਾ। ਆਪਾਂ 14 ਡਾਟਾ ਪ੍ਰਿਪੇਅਰ ਕਰ ਰਹੇ ਹਾਂ। 50% ਕਿਹਦਾ ਬੱਚੇ? ਰੈਵਨਿਊ ਫਰੋਮ ਆਪਰੇਸ਼ਨ ਦਾ। ਰੈਵਨਿਊ ਫਰੋਮ ਆਪਰੇਸ਼ਨ ਕਿੰਨਾ 20 ਲੱਖ। 20 ਲੱਖ ਦਾ 50% ਮਤਲਬ ਉਹਦਾ ਹਾਫ। ਦੈਟ ਮੀਨਸ ਜੋ 20 ਲੱਖ ਆ ਤਾਂ ਇਹ ਕਿੰਨੇ ਹੋ ਗਏ 10 ਲੱਖ। ਜਿਹੜੇ ਬੱਚੇ ਨਹੀਂ ਸਮਝ ਪਾ ਰਹੇ ਹੁਣ ਕਰਕੇ ਦੇਖ ਲੈਣ। ਮੈਂ ਇੱਥੇ ਬ੍ਰੈਕਟ ਦੇ ਵਿੱਚ ਲਿਖ ਦੇਣਾ ਰੈਵਨਿਊ ਫਰੋਮ ਆਪਰੇਸ਼ਨ ਦਾ ਉਹਨਾਂ ਨੇ ਕਿੰਨਾ ਕਿਹਾ 50%। ਸੋ ਜੇ ਤੁਸੀਂ ਇਹਦਾ 50% ਕਰੋਗੇ ਤਾਂ 10 ਲੱਖ ਬਣ ਜੂਗਾ। ਇਹ ਇਹਦੇ ਲਈ ਹੈ। ਨੈਕਸਟ 30% ਟੈਕਸ ਰੇਟ। ਹੁਣ ਟੈਕਸ ਕਿਹਦੇ ਤੇ ਪਊਗਾ? ਸਭ ਤੋਂ ਇੰਪੋਰਟੈਂਟ ਚੀਜ਼, ਟੈਕਸ ਕਿਹਦੇ ਤੇ ਪਊਗਾ? ਟੈਕਸ ਪਊਗਾ ਆਪਣੀ ਇਨਕਮ ਤੇ। ਹੁਣ ਇਨਕਮ ਕਿੰਨੀ ਹੈ ਇਹ ਤਾਂ ਆਪਾਂ ਨੂੰ ਕੈਲਕੂਲੇਟ ਕਰਨੀ ਪਊਗੀ। ਖਰਚੇ ਕੱਢ ਕੇ ਇਨਕਮ ਕੈਲਕੂਲੇਟ ਕਰਾਂਗੇ ਨਾ।
ਸੋ ਸਭ ਤੋਂ ਪਹਿਲਾਂ ਆਪਾਂ ਇਨਕਮ ਕੈਲਕੂਲੇਟ ਕਰਾਂਗੇ। ਇਨਕਮ ਮੀਨਸ ਹੁਣ ਲਾਸਟ ਚ ਟੈਕਸ, ਅਸਲ ਦੇ ਵਿੱਚ ਟੈਕਸ ਪੈਂਦਾ ਕਿਹਦੇ ਤੇ? ਪ੍ਰੋਫਿਟ ਤੇ। ਸੋ ਆਪਾਂ ਇਹਨੂੰ ਲਿਖ ਸਕਦੇ ਹਾਂ ਪ੍ਰੋਫਿਟ। ਪ੍ਰੋਫਿਟ ਹੀ ਹੋਇਆ ਨਾ ਜਦੋਂ ਸਾਰੇ ਖਰਚੇ ਕੱਢ ਦਾਂਗੇ, ਇਹ ਲੈਸ ਕਰ ਦਾਂਗੇ ਬੱਚੇ, ਇੱਥੇ ਇਹ ਲੈਸ ਕਰ ਦਾਂਗੇ ਕਿਹਦੇ ਵਿੱਚੋਂ? ਟੋਟਲ ਇਨਕਮ ਚੋਂ ਖਰਚੇ ਕੱਢ ਦਾਂਗੇ ਤਾਂ ਸਾਡਾ ਕੀ ਆਉਂਦਾ? ਪ੍ਰੋਫਿਟ। ਸੋ ਪ੍ਰੋਫਿਟ ਕਿੰਨਾ ਆਇਆ? 14 ਲੱਖ ਰੁਪਈਆ। ਇਹਨੂੰ ਹਾਂ ਇਦਾਂ ਜ਼ਰੂਰ ਲਿਖ ਸਕਦੇ ਹੋ, ਪ੍ਰੋਫਿਟ ਬਿਫੋਰ ਟੈਕਸ। ਹਜੇ ਤਾਂ ਟੈਕਸ ਲਗਾਉਣਾ ਆਪਾਂ, ਆ ਦੇਖੋ ਆਪਾਂ ਟੈਕਸ ਰੇਟ ਗਿਵਨ। ਸੋ ਹੁਣ ਕੀ ਆ? ਟੈਕਸ ਲਗਾ ਦੂੰਗੇ, ਟੈਕਸ ਵੀ ਲੈਸ ਕਰ ਦਿੰਦੇ ਆ। ਸੋ ਟੈਕਸ ਕਿੰਨਾ? ਅਗੇਨ 14 ਵਾਲਾ ਦੇਖਣਾ, 30%। ਯਾਦ ਰੱਖਿਓ ਬੱਚੇ, ਜਿਹੜਾ ਡਾਟਾ ਬਣਾ ਰਹੇ ਹੋ ਉਹੀ 14 ਵਾਲਾ ਰੱਖਣਾ, 30%। ਸੋ 30% ਕਿੰਨਾ ਆ ਜਾਊਗਾ? 30% ਕਿਹਦਾ? ਆਏ ਨਹੀਂ ਕਿ ਇਨਕਮ ਫਰੋਮ ਆਪਰੇਸ਼ਨ ਦਾ, ਨਾ ਹੀ ਅਦਰ ਇਨਕਮ ਦਾ, ਨਾ ਹੀ ਐਕਸਪੈਂਸਿਸ ਦਾ, ਨਾ ਹੀ ਟੋਟਲ ਇਨਕਮ ਦਾ। 30% ਟੈਕਸ ਕਿਹਦੇ ਤੇ ਲੱਗਦਾ ਹੁੰਦਾ ਬੱਚੇ? ਪ੍ਰੋਫਿਟ ਤੇ। ਟੈਕਸ ਕਿਹਦੇ ਤੇ ਲੱਗਦਾ ਹੁੰਦਾ? ਪ੍ਰੋਫਿਟ ਦੇ ਉੱਪਰ। ਸੋ 14 ਲੱਖ ਦੇ ਉੱਪਰ ਲਾ ਦਾਂਗੇ ਆਪਾਂ ਪੁੱਤਰ 30%। ਸੋ 30% ਟੈਕਸ ਲਗਾਓਗੇ ਤੁਸੀਂ ਤਾਂ ਉਹ ਆ ਜਾਊਗਾ ਤੁਹਾਡਾ, ਮਲਟੀਪਲਾਈ ਕਰ ਦੂੰਗੇ, ਡਿਵਾਈਡ ਕਰ ਦੂੰਗੇ, 4,20,000 ਰੁਪਇਆ ਆ ਜਾਊਗਾ। ਕੈਲਕੂਲੇਟ ਕਰਕੇ ਦੇਖਿਓ ਬੱਚੇ। ਸੋ ਲੈਫਟ ਇਹ ਕੀ ਬਚਿਆ ਤੁਹਾਡੇ ਕੋਲੇ? ਜਿਹੜਾ ਲਾਸਟ ਵਿੱਚ ਬੱਚੇ ਬਚਿਆ ਤੁਹਾਡੇ ਕੋਲੇ ਪ੍ਰੋਫਿਟ ਆਫ ਦਾ ਈਅਰ, ਜਾਂ ਠੀਕ ਹੈ ਬੱਚੇ, ਪ੍ਰੋਫਿਟ ਆਫ 2014, ਪ੍ਰੋਫਿਟ ਆਫ 2015 ਕਹਿ ਸਕਦੇ ਹੋ। ਫਿਰ ਸੋ ਮੈਂ ਲਿਖ ਦਿੰਦਾ ਪ੍ਰੋਫਿਟ ਫॉर ਦਾ ਈਅਰ ਜਿਹੜਾ ਮਰਜੀ ਹੋ, 2014 ਦਾ। 2014 ਦਾ ਜੇ ਤੁਸੀਂ ਇਹ ਚੋਂ ਮਾਈਨਸ ਕਰੋਗੇ ਤਾਂ 9,80,000 ਰੁਪਇਆ ਤੁਹਾਡੇ ਕੋਲੇ ਬਚ ਜਾਊਗਾ। ਅਗੇਨ ਇਦਾਂ ਹੀ ਆਪਾਂ ਸੈਕਿੰਡ ਕੈਲਕੂਲੇਟ ਕਰ ਲਾਂਗੇ 15 ਦਾ। ਹੁਣ ਥੋੜਾ ਸਪੀਡ ਨਾਲ ਕਰਾਂਗੇ। ਅਦਰ ਇਨਕਮ ਪੁੱਤਰ ਕਿੰਨੀ ਆ? 15%। ਹੁਣ 15 ਦੀ ਗੱਲ ਕਰ ਰਹੇ ਹਾਂ, ਇੱਧਰਲਾ ਦੇਖੋ 15 ਦੀ ਗੱਲ ਕਰਾਂਗੇ ਤਾਂ ਇੱਧਰਲਾ 2015 ਦੀ ਗੱਲ ਕਰ ਰਹੇ ਹਾਂ। ਸੋ 15% ਕੀ ਦਾ ਬੱਚੇ? 30 ਲੱਖ ਦਾ 15% ਲਊਗਾ 4,50,000। ਐਂਡ ਤੁਹਾਡੀ ਇਨਕਮ ਕਿੰਨੀ ਹੋ ਜੂਗੀ? 34,50,000। ਕਲੀਅਰ ਬੱਚੇ? ਨੈਕਸਟ ਬੱਚੇ ਇਹਦੇ ਵਿੱਚ ਕੀ ਆ ਜਾਊਗਾ? ਐਕਸਪੈਂਸਿਸ ਕਿੰਨੇ? 60% ਕਿਹਦੇ ਆ? ਰੈਵਨਿਊ ਫਰੋਮ ਆਪਰੇਸ਼ਨ ਮੀਨਸ 6 ਤੀ 18 ਮੀਨਸ 18 ਲੱਖ ਰੁਪਏ ਆ ਗਏ ਤੁਹਾਡੇ ਖਰਚੇ। ਇਹਨੂੰ ਕੈਲਕੂਲੇਟ ਕਰ ਲਿਓ ਬੱਚੇ, 18 ਲੱਖ ਕਿਵੇਂ ਆਏ? 18 ਲੱਖ ਕਿਵੇਂ ਹੋਣਗੇ? 60% ਕਿਹਦਾ? 30 ਲੱਖ ਦਾ ਲਿਖਿਆ ਹੈ। ਜਿਹੜੀ ਚੀਜ਼ ਲਿਖੀ ਹੋਈ ਆਪਾਂ ਉਹਦਾ ਪਰਸੈਂਟੇਜ ਕਰਨੀ ਆ, ਜ਼ਰੂਰੀ ਨਹੀਂ ਹਰ ਵਾਰ ਰੈਵਨਿਊ ਦਾ। ਹੋ ਸਕਦਾ ਇੱਥੇ ਇਹਦੇ ਅਦਰ ਇਨਕਮ ਦਾ ਲਿਖਿਆ ਹੋਵੇ ਵੀ ਐਕਸਪੈਂਸਿਸ ਲਿਖੇ ਹੋਣ 60% ਆਫ ਦਾ ਅਦਰ ਇਨਕਮ, ਫਿਰ ਆਪਾਂ ਅਦਰ ਇਨਕਮ ਦਾ ਕਰਨਾ। ਪਹਿਲਾਂ ਅਦਰ ਇਨਕਮ ਕੈਲਕੂਲੇਟ ਕਰਾਂਗੇ, ਫਿਰ ਉਹਦੇ ਤੇ 60% ਲਾਵਾਂਗੇ। ਇਦਾਂ ਦਾ ਕੁਐਸਚਨ ਵੀ ਆ ਸਕਦਾ। ਸੋ ਡਿਪੈਂਡ ਕਰਦਾ ਇੱਥੇ ਆ ਲਾਈਨ ਕੀ ਦਿੱਤੀ ਹੈ ਤੁਹਾਨੂੰ। ਕਲੀਅਰ? ਸੋ 60% ਆਫ ਦਾ, ਹੁਣ ਇੱਥੇ ਰੈਵਨਿਊ ਫਰੋਮ ਆਪਰੇਸ਼ਨ ਦਿੱਤਾ ਤਾਂ ਇਹਦੇ ਲਗਾਵਾਂਗੇ ਆਪਾਂ 18 ਲੱਖ ਰੁਪਏ ਆ ਜਾਊਗਾ। ਸੋ ਖਰਚੇ ਆ ਗਏ, ਲੈਸ ਕਰ ਦੋ। ਜੇ ਤੁਸੀਂ ਇਹਨੂੰ ਲੈਸ ਕਰੋਗੇ ਬੱਚੇ 34,50,000 ਦੇ ਵਿੱਚੋਂ 18 ਲੱਖ ਲੈਸ ਕਰ ਦੋਗੇ ਤਾਂ ਬੱਚੇ ਤੁਹਾਡੇ ਕੋਲੇ 16,50,000 ਰੁਪਇਆ ਬਚ ਜੂਗਾ। ਕਰਕੇ ਦੇਖਿਓ ਕੈਲਕੂਲੇਟ। ਨੈਕਸਟ ਟੈਕਸ ਲਗਾਉਣਾ। ਟੈਕਸ ਕਿੰਨਾ? ਅਗੇਨ 30% ਆ। ਜਿਹੜਾ ਮਰਜ਼ੀ ਦੇਖ ਲਓ, ਜਿਹੜਾ ਮਰਜ਼ੀ ਨਹੀਂ ਦੇਖਣਾ ਤੁਸੀਂ 15 ਵਾਲਾ ਹੀ ਦੇਖਣਾ। ਹੋ ਸਕਦਾ ਉੱਥੇ ਅਲੱਗ-ਅਲੱਗ ਹੋ ਜਾਣ, ਗਵਰਨਮੈਂਟ ਦੀ ਪਾਲਿਸੀਜ਼ ਚੇਂਜ ਹੁੰਦੀ ਦਾ ਪਤਾ ਨਹੀਂ ਲੱਗਦਾ। 30% ਲਗਾਓਗੇ ਕਿਹਦਾ? ਪ੍ਰੋਫਿਟ ਦਾ। ਸੋ ਜੇ ਤੁਸੀਂ ਪ੍ਰੋਫਿਟ ਦਾ 30% ਲਗਾਓਗੇ ਬੱਚੇ ਤਾਂ ਉਹ ਆ ਜਾਊਗਾ 4,95,000। ਕਰਕੇ ਦੇਖਿਓ 4,95,000 ਰੁਪਏ ਆ ਜਾਊਗਾ। ਔਰ ਲਾਸਟ ਕੀ ਬਚੂਗਾ? ਪ੍ਰੋਫਿਟ ਆਫ ਦਾ ਈਅਰ, ਇਹ ਬਚੂਗਾ ਬੱਚੇ ਤੁਹਾਡੇ 11,55,000। ਕਲੀਅਰ? ਆਈ ਹੋਪ ਤੁਹਾਨੂੰ ਇਹ ਚੀਜ਼ ਸਮਝ ਲੱਗੀ ਹੋਊਗੀ। ਉਸ ਤੋਂ ਅੱਗੇ ਕੀ ਹੈ? ਇਨਕਰੀਜ਼ ਡਿਕਰੀਜ਼। ਮੈਂ ਬਾਰ-ਬਾਰ ਕਹਿ ਰਿਹਾ ਇਨਕਰੀਜ਼ ਡਿਕਰੀਜ਼ ਵਾਲਾ ਸਟੈਪ ਤਾਂ ਸਹੀ ਹੋਊਗਾ ਜੇ ਆਹ ਚੀਜ਼ ਸਹੀ ਹੋਊਗੀ। ਬੇਸ ਈਅਰ ਅੱਗੇ, ਕਰੰਟ ਈਅਰ ਪਿੱਛੇ। ਕੁਐਸਚਨ ਨੂੰ ਦੇਖਣਾ ਵਾ ਬੱਚੇ, ਇਦਾਂ ਹੀ ਨਾ ਉਤਾਰ ਲਿਓ। ਮੈਂ ਬਾਰ-ਬਾਰ ਇੱਕ ਗੱਲ ਰਿਪੀਟ ਕਰਦਾ, ਇਦੋਂ ਸੌਖੇ ਕੁਐਸਚਨ ਦੇ ਵਿੱਚ ਬੱਚਾ ਇੱਥੇ ਹੀ ਗਲਤੀ ਕਰਦਾ। ਨੈਕਸਟ ਹੁਣ 4 ਲੱਖ ਸੀ, ਹੁਣ ਤੱਕ ਕੰਪੈਰੀਜ਼ਨ ਕਰਨਾ ਸਭ ਤੋਂ ਈਜ਼ੀ। 4 ਲੱਖ ਸੀ, 4,50,000 ਹੋ ਗਿਆ। ਸੋ ਇਨਕਰੀਜ਼ ਕਰ ਗਿਆ। ਕਿੰਨਾ ਇਨਕਰੀਜ਼ ਕੀਤਾ? 50,000 ਬੱਚੇ। ਨੈਕਸਟ ਉਸ ਤੋਂ ਬਾਅਦ ਆਪਣੀ ਟੋਟਲ ਇਨਕਮ ਕਿੰਨੀ ਇਨਕਰੀਜ਼ ਕੀਤੀ? ਜੇ ਤੁਸੀਂ ਇਹਨੂੰ ਕੈਲਕੂਲੇਟ ਕਰੋਗੇ 24 ਲੱਖ, 34 ਲੱਖ, 10 ਲੱਖ ਸਿੱਧਾ ਹੋ ਗਿਆ। 10,50,000 ਰੁਪਇਆ ਇਨਕਰੀਜ਼ ਕਰ ਗਈ। ਨੈਕਸਟ 8 ਲੱਖ ਰੁਪਇਆ ਇਹ ਇਨਕਰੀਜ਼ ਕਰ ਗਿਆ। ਸਾਰਾ ਇਨਕਰੀਜ਼ ਕਰ ਰਿਹਾ ਹਜੇ ਤੱਕ, ਤਾਂ ਹੀ ਪੋਜ਼ਿਟਿਵ, ਅਦਰਵਾਈਜ਼ ਆਪਾਂ ਬ੍ਰੈਕਟ ਪਾ ਦਿੰਦੇ। ਨੈਕਸਟ
2,50,000 रुपया ये इंक्रीज कर गया एंड आई थिंक 75,000 जो तुसीं कैलकुलेट करके देखोगे 75,000 एक इंक्रीज कर गया एंड लास्ट क्लोजिंग जो थोड़ा प्रॉफिट ऑफ द ईयर 1,75,000 रुपया जो इंक्रीज किया। सो हुण की है लास्ट परसेंटेज कैलकुलेट करनी है। सो परसेंटेज का फॉर्मूला की है बच्चे, एब्सोल्यूट चेंज मीन्स चेंज इंक्रीज और डिक्रीज, इंक्रीज और डिक्रीज मतलब एब्सोल्यूट चेंज, एब्सोल्यूट मीन्स कितना चेंज आया, एब्सोल्यूट चेंज मीन्स मतलब एग्जैक्ट आप कैलकुलेट कर सकते हैं भी चेंज इंक्रीज होया या डिक्रीज होया, एब्सोल्यूट का मतलब होंगे भी उन्ना ही रह गया। सो चेंजेस इंक्रीज और डिक्रीज डिवाइडेड बाय बेस ईयर लिख लो इतने सौखा करके मल्टीप्लाई बाय 100। सो चेंज मैं इतने चंगी तरह लिख देना, चेंज चेंज इस चीज में देखना आप आला चेंज बच्चे, चेंज कितना है 10 लाख और बेस ईयर कितना 20 लाख। सो मैं एक करके दिखा देना 10 लाख बटे 20 लाख मल्टीप्लाई बाय 100। जो तुम इनू करोगे तो आ जाऊगा 50%। नैक्सट करोगे चेंज 50% 50,000 आइधर पॉजिटिव आता पॉजिटिव आ जाऊगा आंसर, नैगेटिव हुई तो आह वैल्यू तो परसेंटेज भी नैगेटिव हो जाऊगी। 50,000 डिवाइडेड बाय 4 लाख मल्टीप्लाई बाय 100। बेस ईयर ना करना बच्चे, याद रखियो बेस ईयर अपना ही है, ये ही कंपैरिजन करना, क्लियर। सो बेस ईयर ना कंपैरिजन करोगे तो थोड़ी वैल्यूज आई जाएंगे। नैक्सट जो तुम इनू किया होगा ये कैलकुलेट करके आ जाऊगी 12.5 क्लियर। आई होप थोड़ा समझ लग रहा। नैक्सट 10,50,000 डिवाइडेड बाय 24 लाख इंटू 100। सो जो तुम इनू करोगे ये आ जाऊगा 43.75। बच्चे कैलकुलेट करके देखियो 43.75। सो ऑन 8 लाख मैं बोली जाना ध्यान सुनिए 8 लाख डिवाइडेड बाय 10 लाख मल्टीप्लाई बाय 100। सो ये थोड़ी वैल्यू कितनी आ जाएगी पुत्र 80%, 80। नैक्सट 2,50,000 बटे 14 लाख, 2,50,000 बटे 14 लाख। सो मल्टीप्लाई बाय 100 जो तुम इनू करोगे तो आ जाऊगा बच्चे 17.86। बच्चे कितना आ जाऊगा 17.86। नेक्स्ट 75,000 डिवाइडेड बाय 4,20,000। सो ये थोड़ी वैल्यू कैलकुलेट करके कितनी आ जाऊगी 17.86। बच्चे जो करके देखोगे थोड़ा पता लगूगा। एंड लास्ट 1,75,000 डिवाइड बाय 9,80,000। सो यदी वैल्यू भी कैलकुलेट करके 17.86 आ जाऊगी। कैलकुलेट करके देखियो इदा नहीं कि किमें सेम आ रही है, करके देखियो इन्हों बेस ईयर नाल डिवाइड करके मल्टीप्लाई बाय 100 करके, क्लियर। आई होप थोड़ा ये चीज समझ लग गई होगी। ये बच्चे टॉपिक ईजी आ, बहुत ईजी आ और यदा क्वेश्चन आ जाता चाहे 2 मार्क्स चाहे चाहे 4 मार्क्स चाहे थोड़ा क्वेश्चन जरूर मिलेगा फाइनल एग्जाम दे विच। अज दा थोनू अपने कोलों भी कह देना कि हाउ टू प्रिपेयर अ कंपैरेटिव स्टेटमेंट एक्सप्लेन विद एग्जाम्पल, आइदर विद एग्जाम्पल कहण ना कहण तो तुसीं अपने कोल आ अमाउंट देखो, अमाउंट्स नहीं याद करने की लोड़, 3-4 फिगर्स याद कर लो भी आह चीज़ां लैनियां। अमाउंट्स अपने कोल लिखो, थोड़ा पता ही इंक्रीज डिक्रीज थोड़ा ईजिली क्वेश्चन पेपर के अटैम्प्ट हो जाऊगा एक वधिया प्रैक्टिकल वे दे नाल। सो आई होप थोड़ा एक कंपैरेटिव स्टेटमेंट ऑफ प्रॉफिट एंड लॉस अकाउंट समझ लग गया होगा। बच्चे बहुत ईजी है, मैं रिपीट कर रहा, बच्चे सिर्फ एक ही गलती करते हैं ईयर्स नू लिखण दे लिए, इधर बेस ईयर और करंट ईयर, अगे तक कुछ है ही नहीं। कंपैरिजन करना और कंपैरिजन ईजिली हो जाता। हुण लास्ट में बच्चे एक चीज समझने वाली है, देखो बच्चे सो ये यही चीज समझने वाली बच्चे कि ये सब तो सौखा चैप्टर है और कई बच्चे की प्रैक्टिकल्स में भी ना अटैम्प्ट कर पाते हो, बट इस चैप्टर के प्रैक्टिकल्स कोई बच्चा छड़ के नहीं आता क्योंकि बाई चांस 4 मार्क्स आ जाए तो थोड़े फ्री के मार्क्स होंगे ने जे तुसीं इहनूं, और इसकी ज्यादा प्रैक्टिस की लोड़ नहीं, जस्ट समझना की आ कि हाउ टू अटैम्प्ट और किहड़े कॉलम्स बनने ने, दैट्स इट। थोड़ा याद होना चाहिए इंक्रीज डिक्रीज का बनता, परसेंटेज का बनता, नथिंग एल्स। हो ये कुछ नहीं गा।
ਸੋ ਨੈਕਸਟ ਵੀਡੀਓ ਦੇ ਅੰਦਰ ਆਪਾਂ ਸੈਕੰਡ ਸਟੈਪ ਕਰਾਂਗੇ ਕਿ ਕਾਮਨ ਸਾਈਜ਼ ਦੇ ਅੰਦਰ ਕਿਵੇਂ ਸਟੇਟਮੈਂਟਸ ਨੂੰ ਕੰਪੈਰੀਜ਼ਨ ਕੀਤਾ ਜਾਂਦਾ ਵਾ। ਸੋ ਥੈਂਕ ਯੂ ਸੋ ਮਚ। ਆਈ ਹੋਪ ਤੁਹਾਨੂੰ ਇਹ ਵੀਡੀਓ ਦੇ ਵਿੱਚ ਪ੍ਰੋਫਿਟ ਐਂਡ ਲਾਸ ਕਨਸੈਪਟ ਕਲੀਅਰ ਹੋ ਗਿਆ ਹੋਊਗਾ। ਥੈਂਕ ਯੂ ਬੱਚੇ, ਗੋਡ ਬlesਸ ਯੂ।